ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨੋਲਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਪੰਜਾਬ ਵਿੱਚ ਨਿਕਲੀਆਂ ਹੋਈਆਂ ਵੱਖ-ਵੱਖ ਅਸਾਮੀਆਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਚਾਹੇ ਉਹ ਮਾਸਟਰ ਕੈਡਰ ਐਸਐਸਟੀ ਹੋਵੇ, ਹਿਸਟਰੀ ਲੈਕਚਰਰ ਹੋਵੇ, ਈਟੀਟੀ 994 ਜੋ ਪੋਸਟਾਂ ਆਉਣ ਵਾਲੀਆਂ ਹਨ, ਜਾਂ ਐਨਟੀਟੀ ਦੀਆਂ ਪੋਸਟਾਂ ਜੋ ਕਿ ਪ੍ਰੋਸੈਸ ਅਧੀਨ ਹਨ, ਯਾਨੀ ਕਿ ਆਉਣ ਵਾਲੀਆਂ ਹਨ 8393। ਔਰ ਜਾਂ ਫਿਰ ਜੇਕਰ ਮੈਂ ਗੱਲ ਕਰਾਂ, ਤੁਸੀਂ PSSB ਦਾ ਟੈਸਟ ਦੇਣਾ ਹੋਵੇ, ਚਾਹੇ ਉਹ ਕਲੈਰੀਕਲ ਦਾ ਹੋਵੇ ਜਾਂ ਫਿਰ ਫੋਰੈਸਟ ਗਾਰਡ ਦੀ ਆਪਾਂ ਗੱਲ ਕਰ ਲਈਏ, ਜਾਂ PSPCL ਦੀ, ਤਾਂ ਵਿਦਿਆਰਥੀ ਸਾਥੀਓ, ਮਾਡਰਨ ਇੰਡੀਆ ਹਿਸਟਰੀ ਜਿਹੜੀ ਆ ਇੱਕ ਜੀਕੇ ਦੇ ਤੌਰ ਤੇ ਇਹ ਪ੍ਰਸ਼ਨ ਜਿਹੜੇ ਨੇ ਤਕਰੀਬਨ ਹੀ ਆਮ ਪੰਜਾਬ ਲੈਵਲ ਦੇ ਹਰ ਕੰਪੀਟੀਟਿਵ ਐਗਜ਼ਾਮ 'ਚ ਵੇਖੇ ਜਾਂਦੇ ਨੇ। ਤਾਂ ਵਿਦਿਆਰਥੀ ਸਾਥੀਓ, ਸਾਡੀਆਂ ਜਿਹੜੀਆਂ ਵੀਡੀਓ ਚੱਲ ਰਹੀ ਹੈ, ਇਹ ਸੀਰੀਜ਼ ਆ ਅੱਜ ਦੀ ਲੈਕਚਰ ਜਿਹੜਾ ਸਾਡਾ 16ਵਾਂ, ਪਹਿਲਾਂ ਆਪਾਂ ਇਸ ਤੋਂ 15 ਲੈਕਚਰ ਕਰ ਚੁੱਕੇ ਹਾਂ। ਤਾਂ ਇਹ ਲੈਕਚਰ ਹੈ ਜੀ ਆਪਣਾ ਧਰਮ ਸੁਧਾਰ ਅੰਦੋਲਨ ਭਾਗ ਦੂਜਾ। ਠੀਕ ਹੈ ਜੀ, ਤਾਂ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਆਪਾਂ ਪ੍ਰਸ਼ਨ ਦੇ ਵੱਲ ਨੂੰ ਵੱਧਦੇ ਹਾਂ। ਇਸ ਤੋਂ ਪਹਿਲਾਂ ਵਿਦਿਆਰਥੀ ਸਾਥੀਓ, ਜੇਕਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਸਬਸਕ੍ਰਾਈਬ ਦੀ ਆਪਸ਼ਨ ਕੁਝ ਦਿਨਾਂ ਬਾਅਦ ਜਿਹੜੀ ਹੈ ਇੱਥੋਂ ਖਤਮ ਕਰ ਦਿੱਤੀ ਜਾਵੇਗੀ। ਤਾਂ ਉਹੀ ਵਿਦਿਆਰਥੀ ਪ੍ਰੈਪਰੇਸ਼ਨ ਕਰ ਸਕਣਗੇ ਜੋ ਕਿ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਣਗੇ। ਤਾਂ ਆਓ ਵਿਦਿਆਰਥੀ ਸਾਥੀਓ, ਆਪਾਂ ਅੱਜ ਦੇ ਪਹਿਲੇ ਪ੍ਰਸ਼ਨ ਦੀ ਸ਼ੁਰੂਆਤ ਕਰਦੇ ਹਾਂ। ਬ੍ਰਹਮੋ ਸਮਾਜ ਕਿਸ ਸਿਧਾਂਤ ਤੇ ਆਧਾਰਿਤ ਹੈ? ਬ੍ਰਹਮੋ ਸਮਾਜ ਪੁੱਛਿਆ ਜੀ। ਠੀਕ ਹੈ, ਪਹਿਲਾਂ ਤਾਂ ਜਾਣ ਲਈਏ ਕਿ ਬ੍ਰਹਮੋ ਸਮਾਜ ਬਣਾਉਣ ਵਾਲੇ ਕੌਣ ਸਨ, ਇਹਦੇ ਫਾਊਂਡਰ ਕੌਣ ਸਨ? ਤਾਂ ਕੌਣ ਸਨ? ਰਾਜਾ ਰਾਮ ਮੋਹਨ ਰਾਏ ਜੀ। ਠੀਕ ਹੈ, ਰਾਜਾ ਰਾਮ ਮੋਹਨ ਰਾਏ ਜੀ। ਔਰ ਜੇਕਰ ਗੱਲ ਕਰੀਏ ਕਦੋਂ ਹੋਂਦ ਦੇ ਵਿੱਚ ਆਇਆ ਸੀ, 1828 ਚ। ਠੀਕ ਹੈ ਜੀ, ਤਾਂ ਬ੍ਰਹਮੋ ਸਮਾਜ ਬਣਦਾ ਹੁਣ ਇਹ ਕਿਹੜੇ ਸਿਧਾਂਤ ਦੇ ਆਧਾਰ ਤੇ ਬਣਿਆ ਸੀ? ਇਹ ਆਪਸ਼ਨ ਆਪਣੇ ਕੋਲੇ ਇੱਕ ਈਸ਼ਵਰਵਾਦ, ਬੀ ਹੈ ਬਹੁਦੇਵਵਾਦ, ਸੀ ਹੈ ਆਪਣੇ ਕੋਲੇ ਅਈਸ਼ਵਰਵਾਦ, ਤੇ ਡੀ ਹੈ ਅਦਵੈਤਵਾਦ। ਤਾਂ ਵਿਦਿਆਰਥੀ ਸਾਥੀਓ, ਰਾਈਟ ਆਪਸ਼ਨ ਹੋ ਜਾਏਗੀ ਇੱਕ ਈਸ਼ਵਰਵਾਦ, ਯਾਨੀ ਕਿ ਪ੍ਰਮਾਤਮਾ ਇੱਕ ਹੈ, ਇਸ ਦਾ ਹੋਕਾ ਦੇ ਕੇ ਹੀ ਜਿਹੜਾ ਬ੍ਰਹਮੋ ਸਮਾਜ ਹੋਂਦ ਦੇ ਵਿੱਚ ਆਉਂਦਾ ਹੈ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਰਾਧਾ ਸਵਾਮੀ ਸਤਸੰਗ ਦਾ ਸੰਸਥਾਪਕ ਕੌਣ ਹੈ? ਠੀਕ ਹੈ, ਏ ਤੇ ਆਪਸ਼ਨ ਹੈ ਹਰੀਦਾਸ ਸਵਾਮੀ, ਬੀ ਤੇ ਹੈ ਸਵਾਮੀ ਸ਼ਰਦਾਨੰਦ, ਸੀ ਤੇ ਹੈ ਸ਼ਿਵ ਦਿਆਲ ਸਾਹਿਬ, ਡੀ ਤੇ ਹੈ ਸ਼ਿਵ ਨਾਰਾਇਣ ਅਗਨੀਹੋਤਰੀ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਸੀ ਜੀ, ਸ਼ਿਵ ਦਿਆਲ ਸਾਹਿਬ ਜਿਹੜੇ ਨੇ ਸਵਾਮੀ ਰਾਧਾ ਸਵਾਮੀ ਜਿਹੜੇ ਸਤਸੰਗ ਦੇ ਸੰਸਥਾਪਕ ਜਾਂ ਫਾਊਂਡਰ ਸਨ। ਅੱਗੇ ਹੈ ਜੀ, ਇਹਨਾਂ ਵਿੱਚੋਂ ਕਿਹੜਾ ਜੋੜਾ ਹੈ ਜਿਹੜਾ ਗਲਤ ਹੈ? ਠੀਕ ਹੈ, ਯਾਨੀ ਕਿ ਗਲਤ ਦੱਸਣਾ ਇਹਨਾਂ ਚੋਂ ਕਿਹੜਾ। ਪਹਿਲੇ ਨੰਬਰ ਤੇ ਹੈ ਜੀ ਆਪਣੇ ਕੋਲੇ ਇਹ ਆਪਸ਼ਨ ਹੈ ਪਾਂਡੂਰੰਗ ਜਿਹੜੇ ਸੀ ਪ੍ਰਾਰਥਨਾ ਸਮਾਜ ਵਾਲੇ ਸੀਗੇ, ਸਮਾਜ ਵਾਲੇ। ਆਪਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ 'ਚ ਇਹਨਾਂ ਬਾਰੇ ਵੀ ਜਾਣ ਚੁੱਕੇ ਹਾਂ, ਦਿਆਨੰਦ ਬਾਰੇ ਵੀ ਜਾਣਿਆ ਹੈ, ਇਹਨਾਂ ਨੇ ਆਰੀਆ ਸਮਾਜ ਬਣਾਇਆ ਸੀ। ਸੀ ਤੇ ਆਪਸ਼ਨ ਹੈ ਰਾਜਾ ਰਾਮ ਮੋਹਨ ਰਾਏ ਆਦਿ ਬ੍ਰਹਮੋ ਸਮਾਜ, ਤੇ ਡੀ ਤੇ ਹੈ ਰਾਮ ਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਜੀ। ਤਾਂ ਵਿਦਿਆਰਥੀ ਸਾਥੀਓ, ਜੋ ਰਾਈਟ ਆਪਸ਼ਨ ਹੋ ਜਾਏਗੀ ਉਹ ਹੋ ਜਾਏਗੀ ਸੀ ਆਪਸ਼ਨ। ਰਾਜਾ ਰਾਮ ਮੋਹਨ ਰਾਏ ਨੇ ਕੱਲਾ ਬ੍ਰਹਮੋ ਸਮਾਜ ਬਣਾਇਆ ਸੀ, ਨਾ ਕਿ ਆਦਿ ਬ੍ਰਹਮੋ ਸਮਾਜ। ਠੀਕ ਹੈ ਜੀ, ਤਾਂ ਇਸ ਕਰਕੇ ਕੀ ਹੈ, ਆਪਾਂ ਕਹਾਂਗੇ ਕਿ ਜਿਹੜੀ ਆਪਸ਼ਨ ਸਹੀ ਹੋ ਜਾਏਗੀ ਉਹ ਕਿਹੜੀ ਹੋ ਜਾਏਗੀ, ਮਤਲਬ ਉਹਨਾਂ ਨੇ ਜੋੜਾ ਗਲਤ ਪੁੱਛਿਆ ਤੇ ਇਹਦੇ ਵਾਸਤੇ ਸਹੀ ਆਪਸ਼ਨ ਕਿਹੜੀ ਹੈ? ਰਾਜਾ ਰਾਮ ਮੋਹਨ ਰਾਏ। ਇਹਨਾਂ ਨੇ ਕੀ ਸੀ, ਕੱਲੇ ਬ੍ਰਹਮੋ ਸਮਾਜ ਨੂੰ ਬਣਾਇਆ, ਆਦਿ ਬ੍ਰਹਮੋ ਸਮਾਜ ਨੂੰ ਨਹੀਂ। ਜੇਕਰ ਆਦਿ ਬ੍ਰਹਮੋ ਸਮਾਜ ਦੀ ਗੱਲ ਕਰੀਏ, ਇਹ ਕਿਹਨਾਂ ਨੇ ਬਣਾਇਆ ਸੀ? ਤਾਂ ਇਹ ਬਣਾਇਆ ਸੀ ਜੀ ਕੇਸ਼ਵ ਚੰਦਰ ਸੈਨ ਨੇ। ਠੀਕ ਹੈ ਜੀ, ਕੇਸ਼ਵ ਚੰਦਰ ਸੈਨ ਜੀ ਸੀ ਇਸ ਦੇ ਫਾਊਂਡਰ। ਚਲੋ ਜੀ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ, ਸਭ ਤੋਂ ਪਹਿਲਾਂ ਕਿਸ ਨੇ ਸਵਰਾਜ ਸ਼ਬਦ ਦਾ ਪ੍ਰਯੋਗ ਕੀਤਾ ਸੀ? ਕਿਹੜੇ ਸ਼ਬਦ ਦਾ? ਸਵਰਾਜ। ਤੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਕਿਹਨੇ ਕਿਹਾ ਸੀ? ਮਤਲਬ ਇਹ ਇੱਕੋ ਹੀ ਇਨਸਾਨ ਹੈ ਜਿਹਨੇ ਸਵਰਾਜ ਸ਼ਬਦ ਦਾ ਵੀ ਵਰਤੋਂ ਕਰ ਲਈ ਤੇ ਹਿੰਦੀ ਨੂੰ ਜਿਹੜਾ ਰਾਸ਼ਟਰ ਭਾਸ਼ਾ ਵੀ ਮੰਨ ਲਿਆ ਸੀ। ਤਾਂ ਉਹ ਕੌਣ ਸਨ? ਏ ਤੇ ਆਪਸ਼ਨ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਬੀ ਤੇ ਸਵਾਮੀ ਦਇਆਨੰਦ ਸਰਸਵਤੀ, ਸੀ ਤੇ ਸਵਾਮੀ ਵਿਵੇਕਾਨੰਦ ਸਰਸਵਤੀ, ਤੇ ਡੀ ਤੇ ਬੀਜੀ ਤਿਲਕ ਬਾਲ ਗੰਗਾਧਰ ਤਿਲਕ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ ਜੀ। ਇਹ ਸੀਗੇ ਆਰੀਆ ਸਮਾਜ ਨੂੰ ਬਣਾਉਣ ਵਾਲੇ ਸਵਾਮੀ ਦਇਆਨੰਦ ਸਰਸਵਤੀ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਵਰਾਜ ਸ਼ਬਦ ਦੀ ਜਿਹੜੀ ਆ ਉਤਪਤੀ ਕਹਿ ਸਕਦੇ ਆ ਜਾਂ ਵਰਤੋਂ ਕੀਤੀ, ਤੇ ਨਾਲ ਹੀ ਹਿੰਦੀ ਨੂੰ ਕੀ ਸੀ, ਇਹਨਾਂ ਨੇ ਰਾਸ਼ਟਰ ਭਾਸ਼ਾ ਮੰਨਿਆ ਸੀ। ਤਾਂ ਹੀ ਇਸ ਤੋਂ ਬਾਅਦ ਜਿਹੜੀ ਹੈ ਹਿੰਦੀ ਸਾਡੀ ਨੈਸ਼ਨਲ ਲੈਂਗੁਏਜ ਬਣੀ ਹੈ। ਔਰ ਨਾਲ ਹੀ ਗੱਲ ਕਰੀਏ ਆਪਾਂ ਕਿ ਜਿਹੜੇ ਡੀਏਵੀ ਕਾਲਜ ਨੇ ਨਾ, ਜਿਹੜੇ ਆਸ-ਪਾਸ ਤੁਹਾਡੇ ਵੀ ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਡੀਏਵੀ ਕਾਲਜ ਜਾਂ ਸਕੂਲ, ਉਹ ਸਾਰੇ ਜਿਹੜੇ ਨੇ ਇਹਨਾਂ ਦੀ ਹੀ ਦੇਣ ਹੈ। ਠੀਕ ਹੈ ਜੀ, ਆਰੀਆ ਸਮਾਜ ਦੀ ਦੇਣ ਹੈ। ਅੱਗੇ ਹੈ ਜੀ, ਅੱਗੇ ਸਾਡੇ ਕੋਲੇ
ਕੂਕਾ ਅੰਦੋਲਨ ਦੇ ਨੇਤਾ ਸਨ। ਕੂਕਾ ਅੰਦੋਲਨ ਦੇ ਨੇਤਾ ਕੌਣ ਸਨ? ਏ ਤੇ ਆਪਸ਼ਨ ਹੈ ਬਾਲਕ ਨਾਥ, ਬੀ ਤੇ ਹੈ ਜਵਾਹਰ ਮੱਲ, ਸੀ ਤੇ ਹੈ ਬਾਬਾ ਰਾਮ ਸਿੰਘ ਤੇ ਡੀ ਤੇ ਹੈ ਉਪਰੋਕਤ ਸਾਰੇ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ, ਦੇਖੋ ਸਾਰਿਆਂ ਦੇ ਮਨ 'ਚ ਇਹੀ ਹੋਣਾ ਵਿਚਾਰ ਕਿ ਨੇਤਾ ਜਿਹੜੇ ਸਨ ਹੈਗੇ ਤਾਂ ਸਾਰੇ ਹੀ ਸੀ, ਤਾਂ ਬਿਲਕੁਲ ਰਾਈਟ ਹੈ ਜੀ, ਸਾਰੇ ਹੀ ਨੇਤਾ ਸੀ। ਠੀਕ ਹੈ, ਹੁਣ ਜੇਕਰ ਫਾਊਂਡਰ ਦੀ ਗੱਲ ਕਰੀਏ ਤਾਂ ਫਾਊਂਡਰ ਆ ਦੋ ਬੈਠੇ ਜੀ ਆਪਣੇ ਕੋਲੇ। ਠੀਕ ਹੈ, ਇੱਕ ਸੀਗੇ ਬਾਬਾ ਬਾਲਕ ਨਾਥ ਤੇ ਡੀ ਤੇ ਆਪਣੇ ਕੋਲੇ ਜਵਾਹਰ ਮੱਲ। ਔਰ ਜੇਕਰ ਗੱਲ ਕਰੀਏ ਇਹਨਾਂ ਨੂੰ ਸੰਗਠਿਤ ਕਿਹਨੇ ਕੀਤਾ ਸੀਗਾ, ਤਾਂ ਉਹ ਸੀਗੇ ਬਾਬਾ ਰਾਮ ਸਿੰਘ ਜੀ। ਇਸ ਤਰੀਕੇ ਦੇ ਨਾਲ ਵਿਦਿਆਰਥੀ ਸਾਥੀਓ, ਸਾਡਾ ਮੇਨ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਕਿ ਤੁਹਾਨੂੰ ਜਿਹੜੀ ਇੱਕ ਇੱਕ ਚੀਜ਼ ਹੈ ਬਿਲਕੁਲ ਡੈਪਥ ਦੇ ਨਾਲ ਸਮਝਾਈ ਜਾਵੇ, ਤਾਂ ਕਿ ਤੁਸੀਂ ਪੇਪਰ ਵਿੱਚੋਂ ਕਿਸੇ ਵੀ ਪੁਆਇੰਟ ਆਫ View ਤੋਂ ਹਟ ਕੇ ਜਿਹੜਾ ਪ੍ਰਸ਼ਨ ਆਵੇ ਤਾਂ ਤੁਸੀਂ ਉਸ ਦਾ ਵੀ ਜਵਾਬ ਦੇ ਸਕੋ। ਅੱਗੇ ਹੈ ਜੀ ਸਾਡੇ ਕੋਲੇ ਇੰਡੀਅਨ ਰਿਫਾਰਮ ਐਸੋਸੀਏਸ਼ਨ ਦੀ ਸਥਾਪਨਾ ਕਿਹਨੇ ਕੀਤੀ ਸੀ? ਤਾਂ ਇਹ ਤੇ ਆਪਸ਼ਨ ਆਪਣੇ ਕੋਲੇ ਕੇਸਰ ਚੰਦਰ ਸੈਨ, ਬੀ ਤੇ ਹੈ ਰਾਧਾ ਕਾਂਤ ਦੇਵ, ਸੀ ਤੇ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਡੀ ਤੇ ਹੈ ਰਵਿੰਦਰਨਾਥ ਟੈਗੋਰ। ਤਾਂ ਇਹਦਾ ਜੋ ਰਾਈਟ ਆਪਸ਼ਨ ਹੋ ਜਾਏਗੀ ਤਾਂ ਉਹ ਹੋ ਜਾਏਗੀ ਜੀ ਕੇਸ਼ਵ ਚੰਦਰ ਸੈਨ ਨੇ ਕਰੀ ਸੀ। ਕਦੋਂ ਕਰੀ ਇਹ ਵੀ ਪੁੱਛ ਸਕਦੇ ਆ, 1870 ਵਿੱਚ। ਔਰ ਕਿੱਥੇ ਕੀਤੀ ਸੀ? ਬੰਗਾਲ 'ਚ। ਇਹ ਵੀ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ। ਠੀਕ ਹੈ ਜੀ, ਬੰਗਾਲ ਦੇ ਵਿੱਚ ਕੀਤੀ ਸੀਗੀ ਇਸ ਤਰੀਕੇ ਦੇ ਨਾਲ। ਤਾਂ ਇੱਕ ਇੱਕ ਚੀਜ਼ ਜਿਹੜੀ ਆ ਬਿਲਕੁਲ ਸਮਝਣ ਵਾਲੀ ਹੈ। ਅੱਗੇ ਜੀ ਆਪਣੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਦੀ ਸਰਵੈਂਟ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਏ ਤੇ ਆਪਸ਼ਨ ਹੈ ਜੀ ਕੇ ਗੋਖਲੇ, ਬੀ ਤੇ ਆਪਣੇ ਕੋਲੇ MM ਮਾਲਵੀਆ, ਸੀ ਤੇ ਹੈ ਮਹਾਤਮਾ ਗਾਂਧੀ, ਡੀ ਤੇ ਹੈ ਬਾਲ ਗੰਗਾਧਰ ਤਿਲਕ। ਤਾਂ ਜੋ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਤਾਂ ਹੋ ਜਾਏਗੀ ਜੀ ਜੀ ਕੇ ਗੋਖਲੇ। ਤਾਂ ਇਹੀ ਸਨ ਸਰਵੈਂਟ ਆਫ ਇੰਡੀਆ ਸੁਸਾਇਟੀ ਦੇ ਸੰਸਥਾਪਕ। ਅੱਗੇ ਚਲਦੇ ਹਾਂ ਜੀ, 8ਵਾਂ ਪ੍ਰਸ਼ਨ ਹੈ ਆਪਣੇ ਕੋਲੇ, 1920-25 ਵਿੱਚ ਚੱਲੇ ਅਕਾਲੀ ਅੰਦੋਲਨ ਦੇ ਨੇਤਾ ਸਨ, ਕੌਣ ਸਨ? ਏ ਤੇ ਆਪਸ਼ਨ ਹੈ ਕਰਤਾਰ ਸਿੰਘ ਝੰਬਰ, ਬੀ ਤੇ ਹੈ ਬਾਬਾ ਖੜਕ ਸਿੰਘ, ਸੀ ਤੇ ਹੈ ਮਾਸਟਰ ਤਾਰਾ ਸਿੰਘ ਤੇ ਡੀ ਤੇ ਹੈ ਉਪਰੋਕਤ ਸਾਰੇ। ਤਾਂ ਦੇਖੋ ਨੇਤਾ ਇਹ ਸਾਰੇ ਹੀ ਸਨ। ਠੀਕ ਹੈ ਜੀ, ਨੇਤਾ ਜਿਹੜੇ ਨੇ ਸਾਰੇ ਸਨ। ਔਰ ਜੇਕਰ ਗੱਲ ਕਰੀਏ ਗੁਰਦੁਆਰਾ ਸੁਧਾਰ ਅੰਦੋਲਨ ਵੀ ਜਿਹੜਾ ਇਸ ਸਮੇਂ ਹੀ ਹੋਣ ਦੇ ਵਿੱਚ ਆਉਂਦਾ। ਔਰ ਹੋਰ ਆਪਾਂ ਗੱਲ ਕਰੀਏ ਕਿ ਜਨਮਦਾਤਾ ਜੇਕਰ ਗੱਲ ਕਰ ਲਈਏ ਪੰਜਾਬ ਸ਼ਬਦ ਦੇ, ਠੀਕ ਆ, ਉਹ ਕੌਣ ਸਨ? ਤਾਂ ਉਹ ਸਨ ਜੀ ਤਾਰਾ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ। ਠੀਕ ਹੈ, ਇਸ ਤਰੀਕੇ ਦੇ ਨਾਲ। ਔਰ ਜੇਕਰ ਗੱਲ ਕਰੀਏ ਆਪਾਂ ਬਾਬਾ ਖੜਕ ਸਿੰਘ ਜੀ ਵੀ ਕੀ ਸਨ, ਇਸ ਜਿਹੜੀ ਅੰਦੋਲਨ ਦੇ ਕੀ ਸੀ, ਇੱਕ ਵਾਰੀ ਪ੍ਰਧਾਨ ਜਿਹੜੇ ਨੇ ਰਹਿ ਚੁੱਕੇ ਨੇ। ਠੀਕ ਹੈ ਜੀ, ਇਹਨਾਂ ਨੂੰ ਕੀ ਸੀਗਾ, SGPC ਦਾ ਜਿਹੜਾ ਪ੍ਰਧਾਨ ਲਾਇਆ ਗਿਆ ਸੀਗਾ। ਔਰ ਇਹਨਾਂ ਤੋਂ ਵੀ ਪਹਿਲਾਂ ਜੇਕਰ ਆਪਾਂ ਗੱਲ ਕਰ ਲਈਏ ਤਾਂ ਸੁੰਦਰ ਸਿੰਘ ਮਜੀਠੀਆ ਜੀ ਵੀ ਰਹੇ ਸਨ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਸਿੱਖ ਗੁਰਦੁਆਰਾ ਸੁਧਾਰ ਐਕਟ ਕਦੋਂ ਬਣਿਆ ਸੀ? ਸਿੱਖ ਗੁਰਦੁਆਰਾ ਸੁਧਾਰ ਐਕਟ ਬਣਦਾ ਤਾਂ ਹੀ ਜਿਹੜੀ ਹੈ SGPC ਜਿਹੜੀ ਹੈ ਹੋਂਦ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ, ਤਾਂ SGPC ਦਾ ਪ੍ਰਧਾਨ ਲਾਇਆ ਜਾਂਦਾ ਖੜਕ ਸਿੰਘ ਨੂੰ। ਤੇ ਜੇਕਰ ਗੱਲ ਕਰ ਲਈਏ 1920 ਦੇ ਵਿੱਚ ਪ੍ਰਧਾਨ ਲਾਇਆ ਸੀ ਤਾਂ ਉਹ ਕਿਹਨੂੰ ਲਾਇਆ ਸੀ? ਸੁੰਦਰ ਸਿੰਘ ਮਜੀਠੀਆ ਨੂੰ। ਤਾਂ ਉਦੋਂ ਹੀ ਕੀ ਸੀ, ਸਿੱਖ ਗੁਰਦੁਆਰਾ ਸੁਧਾਰ ਐਕਟ ਜਿਹੜਾ ਹੋਂਦ ਦੇ ਵਿੱਚ ਆਉਂਦਾ। ਤਾਂ ਇਹ ਆਪਸ਼ਨ ਆਪਣੀ 1920 ਇਹ ਤਾਂ ਹੈਗੀ ਹੈ ਜੀ ਆਪਣੇ ਕੋਲੇ। ਅਕਾਲੀ ਦਲ ਦੀ ਹੁਣ ਗੱਲ ਕਰਾਂਗੇ, ਅਕਾਲੀ ਦਲ ਜਿਹੜਾ ਹੋਂਦ ਦੇ ਵਿੱਚ ਆਇਆ। ਪਰ ਗੁਰਦੁਆਰਾ ਸੁਧਾਰ ਐਕਟ ਦੀ ਗੱਲ ਕਰੀਏ ਤਾਂ ਉਹ ਆਇਆ ਸੀ 1925 ਈਸਵੀ ਦੇ ਵਿੱਚ। ਤਾਂ ਇਹਦੀ ਜੋ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਬੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ ਜੀ। ਅੱਗੇ ਹੈ ਜੀ ਅੱਜ ਦਾ ਆਪਣੇ ਕੋਲੇ 10 ਨੰਬਰ ਪ੍ਰਸ਼ਨ ਹੈ, ਰਾਮ ਕ੍ਰਿਸ਼ਨ ਪਰਮਹੰਸ ਦਾ ਪੂਰਾ ਨਾਮ ਕੀ ਸੀ? ਰਾਮ ਕ੍ਰਿਸ਼ਨ ਪਰਮਹੰਸ ਦਾ ਪੂਰਾ ਨਾਮ ਕੀ ਸੀ? ਏ ਤੇ ਆਪਸ਼ਨ ਹੈ ਗਦਾਧਰ ਚਟੋਪਾਧਿਆਏ, ਬੀ ਤੇ ਆਪਣੇ ਕੋਲੇ ਨਰਿੰਦਰ ਨਾਥ ਦੱਤ, ਸੀ ਤੇ ਮਹਾਪ੍ਰਭੂ ਸੇਨ ਤੇ ਡੀ ਤੇ ਉਪਰੋਕਤ ਕੋਈ ਨਹੀਂ। ਤਾਂ ਇਹਦਾ ਜੋ ਰਾਈਟ ਆਪਸ਼ਨ ਹੋ ਜਾਏਗਾ ਆਪਣੇ ਕੋਲੇ ਆਨਸਰ ਹੈ ਜਿਹੜਾ ਉਹ ਹੋ ਜਾਏਗਾ ਗਦਾਧਰ ਚਟੋਪਾਧਿਆਏ ਜੀ। ਠੀਕ ਹੈ ਜੀ, ਤਾਂ ਇਹ ਹੁਣ ਗੱਲ ਕਰੀਏ ਕੌਣ ਸਨ? ਇਹ ਸੀਗੇ ਜੀ ਵਿਵੇਕਾਨੰਦ ਦੇ ਗੁਰੂ। ਠੀਕ ਹੈ, ਵਿਵੇਕਾਨੰਦ ਸੀ ਨਾ, ਸਵਾਮੀ ਵਿਵੇਕਾਨੰਦ ਜੀ, ਉਹਨਾਂ ਦੇ ਗੁਰੂ ਸਨ। ਠੀਕ ਹੈ, ਤਾਂ ਹੋਰ ਜੇਕਰ ਗੱਲ ਕਰੀਏ ਤਾਂ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਸੀ? ਦੱਖਣੀ ਸੰਤ ਵੀ ਕਿਹਾ ਜਾਂਦਾ ਸੀ। ਔਰ ਵਿਵੇਕਾਨੰਦ ਜੀ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਜਿਹੜੀ ਕੀਤੀ ਸੀ ਉਹ ਇਹਨਾਂ ਦੇ ਨਾਮ ਤੋਂ ਹੀ ਕੀਤੀ ਸੀ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ। ਅੱਗੇ ਹੈ ਜੀ 11 ਨੰਬਰ ਪ੍ਰਸ਼ਨ ਹੈ, ਰਾਮ ਕ੍ਰਿਸ਼ਨ ਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ? ਏ ਤੇ ਆਪਸ਼ਨ ਹੈ ਵੈਲੂਰ, ਬੀ ਤੇ ਹੈ ਬਰੇਲੀ, ਸੀ ਤੇ ਹੈ ਪਟਨਾ, ਡੀ ਤੇ ਹੈ ਆਗਰਾ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਵੈਲੂਰ।
ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ 12 ਨੰਬਰ ਪ੍ਰਸ਼ਨ ਹੈ, ਐਨੀ ਬੇਸੈਂਟ ਕਾਂਗਰਸ ਦੀ ਪ੍ਰਧਾਨ ਕਦੋਂ ਬਣੀ ਸੀ? ਦੇਖੋ ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇੰਡੀਆ ਚਲੀ ਆਈ ਸੀ, ਠੀਕ ਹੈ, ਐਨੀ ਬੇਸੈਂਟ। ਤਾਂ ਇੰਡੀਆ ਆ ਕੇ ਕੀ ਹੈ, ਇੰਡੀਆ ਦੀ ਇਹ ਹਿਤੈਸ਼ੀ ਸੀ। ਔਰ ਇਹ ਕਾਂਗਰਸ ਦੀ ਪ੍ਰਧਾਨ ਕਦੋਂ ਬਣੀ ਸੀ? ਏ ਤੇ ਆਪਣੇ ਕੋਲੇ ਆਪਸ਼ਨ 1914, ਬੀ ਤੇ 1915, ਸੀ ਤੇ 1916, ਡੀ ਤੇ 1917। ਤਾਂ 1917 ਚ ਬਣੀ ਸੀ ਕਾਂਗਰਸ ਦੀ ਪ੍ਰਧਾਨ, ਤੇ 1915 ਚ ਜਿਹੜੇ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਤੋਂ ਆਏ ਸਨ। 21 ਸਾਲਾਂ ਬਾਅਦ, ਇਹ ਵੀ ਤੁਸੀਂ ਯਾਦ ਰੱਖ ਲਿਆ ਜੀ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਆਧੁਨਿਕ ਭਾਰਤ ਦਾ ਪਹਿਲਾ ਰਾਸ਼ਟਰਵਾਦੀ ਕਵੀ ਕੌਣ ਸੀ? ਏ ਤੇ ਆਪਸ਼ਨ ਹੈ ਡੈਰੋਜ਼ੀਓ, ਬੀ ਤੇ ਮਿਰਜ਼ਾ ਗਾਲਿਬ, ਸੀ ਤੇ ਮੈਥਿਲੀ ਸ਼ਰਨ ਗੁਪਤ, ਡੀ ਤੇ ਉਪਰੋਕਤ ਕੋਈ ਨਹੀਂ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਡੈਰੋਜ਼ੀਓ ਸੀ ਰਾਸ਼ਟਰਵਾਦੀ ਜਿਹੜੇ ਨੇ ਕਵੀ ਅਖਵਾਏ ਨੇ ਆਧੁਨਿਕ ਭਾਰਤ ਦੇ, ਯਾਨੀ ਕਿ ਮਾਡਰਨ ਇੰਡੀਆ ਦੇ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਅੰਦੋਲਨ ਦਾ ਅਧਿਆਤਮਿਕ ਪਿਤਾ ਕਿਸ ਨੂੰ ਮੰਨਿਆ ਜਾਂਦਾ? ਮਤਲਬ ਭਾਰਤ ਦੇ ਜਿਹੜੇ ਰਾਸ਼ਟਰੀ ਅੰਦੋਲਨ ਹੋਏ ਨੇ ਉਹਨਾਂ ਦਾ ਅਧਿਆਤਮਿਕ ਆਦਰਸ਼ਵਾਦੀ ਜਿਹੜਾ ਸੀ ਪਿਤਾ ਕੌਣ ਸੀ? ਏ ਤੇ ਆਪਸ਼ਨ ਹੈ ਸਵਾਮੀ ਸ਼ਰਦਾਨੰਦ, ਬੀ ਤੇ ਹੈ ਜੀ ਸਵਾਮੀ ਦਇਆਨੰਦ, ਸੀ ਤੇ ਹੈ ਸਵਾਮੀ ਵਿਵੇਕਾਨੰਦ, ਤੇ ਡੀ ਤੇ ਉਪਰੋਕਤ ਸਾਰੇ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਸਵਾਮੀ ਵਿਵੇਕਾਨੰਦ। ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ, ਠੀਕ ਹੈ ਜੀ। ਤਾਂ ਜੇਕਰ ਹੁਣ ਇਹਨਾਂ ਨੂੰ ਗੱਲ ਕਰ ਲਈਏ, ਸਵਾਮੀ ਵਿਵੇਕਾਨੰਦ ਨੂੰ ਸਵਾਮੀ ਦੀ ਜਿਹੜੀ ਉਪਾਧੀ ਦੇਣ ਵਾਲੇ ਜਾਂ ਕਹਿਣ ਵਾਲੇ ਤਾਂ ਕੌਣ ਸਨ? ਸੁਭਾਸ਼ ਚੰਦਰ ਜੀ ਬੋਸ, ਠੀਕ ਹੈ। ਹੁਣ ਸੁਭਾਸ਼ ਚੰਦਰ ਜੀ ਬੋਸ ਨੂੰ ਆਪਾਂ ਕੀ ਕਹਿ ਕੇ ਬੁਲਾਉਣੇ ਆ? ਠੀਕ ਹੈ, ਸੁਭਾਸ਼ ਚੰਦਰ ਬੋਸ ਜੀ ਨੂੰ ਆਪਾਂ ਕੀ ਕਹਿ ਕੇ ਬੁਲਾਉਣੇ ਆ? ਤਾਂ ਆਪਾਂ ਉਹਨਾਂ ਨੂੰ ਕਹਿ ਕੇ ਬੁਲਾਉਣੇ ਆ ਜੀ ਨੇਤਾ ਜੀ। ਤਾਂ ਹੁਣ ਇਹਨਾਂ ਨੂੰ ਨੇਤਾ ਜੀ ਦੀ ਉਪਾਧੀ ਕਿਹਨੇ ਦਿੱਤੀ ਸੀ? ਤਾਂ ਇਹਨਾਂ ਨੂੰ ਦਿੱਤੀ ਸੀ ਗਾਂਧੀ ਜੀ ਨੇ, ਠੀਕ ਹੈ। ਇਸ ਤਰੀਕੇ ਦੇ ਨਾਲ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਚਲੋ ਜੀ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਭਾਰਤੀ ਪੁਨਰ ਜਾਗਰਣ ਅੰਦੋਲਨ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਏ ਤੇ ਆਪਸ਼ਨ ਹੈ ਈਸ਼ਵਰ ਚੰਦਰ ਵਿਦਿਆਸਾਗਰ, ਬੀ ਤੇ ਹੈ ਡੀ ਕੇ ਕਰਵੇ, ਸੀ ਤੇ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਡੀ ਤੇ ਹੈ ਮਹਾਤਮਾ ਗਾਂਧੀ। ਤਾਂ ਇਹਦੀ ਜੋ ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ ਜੀ, ਰਾਜਾ ਰਾਮ ਮੋਹਨ ਰਾਏ। ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਜੀ। ਅੱਗੇ ਅੱਜ ਦਾ ਆਪਣੇ ਕੋਲੇ 16 ਨੰਬਰ ਪ੍ਰਸ਼ਨ ਹੈ, ਭਾਰਤ ਦਾ ਪਹਿਲਾ ਆਧੁਨਿਕ ਵਿਅਕਤੀ ਕਿਸ ਨੂੰ ਕਿਹਾ ਜਾਂਦਾ ਹੈ? ਆਧੁਨਿਕ ਵਿਅਕਤੀ, ਠੀਕ ਹੈ ਜੀ, ਮਾਡਰਨ ਵਿਅਕਤੀ ਆਪਾਂ ਕਹਿ ਸਕਦੇ ਹਾਂ। ਤਾਂ ਏ ਤੇ ਆਪਸ਼ਨ ਹੈ ਰਾਜਾ ਰਾਮ ਮੋਹਨ ਰਾਏ, ਬੀ ਤੇ ਏਓ ਹਿਊਮ ਜਿਹੜੇ ਕਾਂਗਰਸ ਵਾਲੇ ਸੀ ਸਥਾਪਨਾ ਕਰਨ ਵਾਲੇ, ਸੀ ਤੇ ਦਾਦਾ ਭਾਈ ਨੌਰੋਜੀ, ਡੀ ਤੇ ਆਪਣੇ ਕੋਲੇ ਸਵਾਮੀ ਵਿਵੇਕਾਨੰਦ। ਤਾਂ ਇਹਦੀ ਰਾਈਟ ਆਪਸ਼ਨ ਹੋ ਜਾਏਗੀ ਜੀ ਏ ਆਪਸ਼ਨ, ਰਾਜਾ ਰਾਮ ਮੋਹਨ ਰਾਏ ਜੀ, ਜਿਨ੍ਹਾਂ ਨੂੰ ਭਾਰਤ ਦਾ ਪਹਿਲਾ ਆਧੁਨਿਕ ਵਿਅਕਤੀ ਜਿਹੜਾ ਉਹ ਕਿਹਾ ਜਾਂਦਾ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਜਲਿਆਂਵਾਲੇ ਬਾਗ ਜਿਹੜਾ ਕਾਂਡ ਸੀ ਉਹ ਕਦੋਂ ਹੋਇਆ ਸੀ? ਏ ਤੇ ਆਪਸ਼ਨ ਹੈ 1905, ਬੀ ਤੇ ਹੈ 1909, ਸੀ ਤੇ ਹੈ 1907, ਡੀ ਤੇ 1919। ਤਾਂ 1919 ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਜਿਹੜਾ ਕਾਂਡ ਹੋਇਆ ਸੀ। ਤਾਂ ਜੇਕਰ ਹੁਣ ਗੱਲ ਕਰ ਲਈਏ 1905 ਦੀ, ਤਾਂ ਕੀ ਹੋਇਆ ਸੀ 1905 ਚ? ਬੰਗਾਲ ਦੀ ਜਿਹੜੀ ਹੈ ਵੰਡ ਹੋਈ ਸੀ, ਠੀਕ ਹੈ। ਆਪਾਂ ਆਪਸ਼ਨਾਂ ਵੀ ਜਿਹੜੀਆਂ ਇਹ ਵੀ ਸੋਲਵ ਕਰਦੇ ਜਾਵਾਂਗੇ। ਔਰ 1909 ਚ ਕੀ ਹੋਇਆ ਸੀ? ਤਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਪੂਰਨ ਨਿਰਵਾਚਨ ਮਿਲਿਆ ਸੀ, ਠੀਕ ਆ, ਵੋਟ ਪਾਉਣ ਦਾ ਜਿਹੜਾ ਅਧਿਕਾਰ, ਠੀਕ ਹੈ ਜੀ। ਤਾਂ ਅੱਗੇ ਆਪਣੇ ਕੋਲੇ 1907 ਦੀ ਗੱਲ ਕਰ ਲਈਏ, ਤਾਂ ਇੱਥੇ ਕੀ ਹੋਇਆ ਸੀ? ਸੂਰਤ ਸੈਸ਼ਨ ਦੇ ਵਿੱਚ ਕਾਂਗਰਸ ਦੀ ਜਿਹੜੀ ਹੈ ਵੰਡ ਹੋ ਗਈ ਸੀ, ਠੀਕ ਹੈ ਜੀ। ਹੁਣ ਦੇਖੋ ਇੱਕ ਇੱਕ ਪ੍ਰਸ਼ਨ ਤੋਂ ਜਿਹੜਾ ਆਪਾਂ ਅਲੱਗ-ਅਲੱਗ ਕਈ ਪੁਆਇੰਟ ਸੋਲਵ ਕਰ ਰਹੇ ਹਾਂ, ਤਾਂ ਕਿ ਜਿਹੜਾ ਪੇਪਰ ਦੇ ਵਿੱਚ ਤੁਹਾਨੂੰ ਬਹੁਤ ਹੀ ਈਜ਼ੀ ਵੇ ਦੇ ਨਾਲ ਪੇਪਰ ਦਾ ਜਿਹੜਾ ਹੱਲ, ਜਿਹੜਾ ਆਨਸਰ ਜਿਹੜੇ ਇੱਕ ਇੱਕ ਮਿਲ ਸਕਣ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਜਲਿਆਂਵਾਲੇ ਬਾਗ ਕਾਂਡ ਜਿਹੜਾ ਸੀ ਇਹ ਕਿਸ ਘਟਨਾ ਦਾ ਨਤੀਜਾ ਸੀ? ਹੁਣ ਇਹ ਕਿਹੜੀ ਘਟਨਾ ਘਟੀ ਸੀ ਤੇ ਜਲਿਆਂਵਾਲੇ ਬਾਗ 'ਚ ਲੋਕਾਂ ਨੂੰ ਇਕੱਠਾ ਹੋਣਾ ਪਿਆ ਤੇ ਉੱਥੇ ਆ ਕੇ ਫਿਰ ਅੰਗਰੇਜ਼ ਜਿਹੜੇ ਨੇ ਧਾਵਾ ਬੋਲ ਦਿੰਦੇ ਨੇ? ਤਾਂ ਏ ਤੇ ਆਪਸ਼ਨ ਹੈ ਸਾਈਮਨ ਕਮਿਸ਼ਨ, ਬੀ ਤੇ ਕਾਮਾਗਾਟਾ ਮਾਰੂ ਘਟਨਾ, ਸੀ ਤੇ ਰੋਲਟ ਐਕਟ, ਤੇ ਡੀ ਤੇ ਉਪਰੋਕਤ ਸਾਰੇ। ਤਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਸਾਈਮਨ ਕਮਿਸ਼ਨ ਦੇ ਬਾਰੇ ਵਿੱਚ। ਤਾਂ ਸਾਈਮਨ ਕਮਿਸ਼ਨ ਕਦੋਂ ਆਉਂਦੇ ਨੇ ਭਾਰਤ 'ਚ? 1928 ਚ। ਤਾਂ ਇਹ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ, ਠੀਕ ਹੈ, ਆਪਸ਼ਨ ਗਲਤ ਹੈ। ਅੱਗੇ ਹੈ ਜੀ ਕਾਮਾਗਾਟਾ ਮਾਰੂ ਘਟਨਾ, ਇਹ ਕਦੋਂ ਵਾਪਰੀ ਸੀ? 1914 ਚ, ਠੀਕ ਹੈ। ਦੇਖੋ ਉਹ 1900 ਜਲਿਆਂਵਾਲਾ ਬਾਗ ਜਿਹੜਾ 1919 ਚ ਹੋਇਆ, ਤਾਂ 5 ਸਾਲਾਂ ਬਾਅਦ ਤਾਂ ਕੋਈ ਵੀ ਘਟਨਾ ਦਾ ਬਦਲਾ ਜਿਹੜਾ ਕ੍ਰਾਂਤੀਕਾਰੀ ਨਹੀਂ ਸੀ ਲੈਂਦੇ, ਇਹ ਵੀ ਨਹੀਂ ਹੋ ਸਕਦੀ। ਤਾਂ ਸੀ ਆਪਸ਼ਨ ਹੈ ਰੋਲਟ ਐਕਟ। ਤਾਂ ਇਹੀ ਇਸ ਦਾ ਆਨਸਰ ਹੈ ਜੀ, ਰੋਲਟ ਐਕਟ 1919 ਚ ਆਇਆ।
ਕੀ ਕਾਰਨ ਸੀ ਕਿ ਬਿਨਾ ਨੋ ਅਪੀਲ, ਨੋ ਵਕੀਲ, ਨੋ ਦਲੀਲ ਦੇ ਆਧਾਰ ਤੇ ਕਿਸੇ ਨੂੰ ਵੀ ਬਿਨਾ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗ੍ਰਿਫਤਾਰ ਕਰਨ ਦਾ ਜਿਹੜਾ ਹੱਕ ਅੰਗਰੇਜ਼ੀ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ, ਜਿਸ ਦੇ ਕਰਕੇ ਕਿ ਭਾਰਤੀਆਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਤਰੀਕੇ ਦੇ ਨਾਲ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਹੰਟਰ ਕਮੇਟੀ ਦਾ ਸਬੰਧ ਹੈ। ਹੰਟਰ ਕਮੇਟੀ ਦਾ ਦੇਖੋ ਸਬੰਧ ਕਿਹਦੇ ਨਾਲ ਹੈ? ਤਾਂ ਏ ਤੇ ਆਪਸ਼ਨ ਹੈ ਸਾਈਮਨ ਕਮਿਸ਼ਨ, ਬੀ ਤੇ ਹੈ ਦਿੱਲੀ ਦਰਬਾਰ, ਸੀ ਤੇ ਹੈ ਕ੍ਰਿਪਸ ਮਿਸ਼ਨ ਤੇ ਡੀ ਤੇ ਹੈ ਜਲਿਆਂਵਾਲਾ ਬਾਗ। ਤਾਂ ਰਾਈਟ ਆਪਸ਼ਨ ਹੋ ਜਾਏਗਾ ਜੀ ਡੀ ਆਪਸ਼ਨ। ਜਲਿਆਂਵਾਲੇ ਬਾਗ ਦਾ ਜਿਹੜਾ ਸਬੰਧ ਹੈ ਹੰਟਰ ਕਮੇਟੀ ਦੇ ਨਾਲ ਹੈ। ਸਾਈਮਨ ਕਮਿਸ਼ਨ ਮੈਂ ਤੁਹਾਨੂੰ ਦੱਸ ਚੁੱਕਿਆ 1928 ਚ ਆਇਆ। ਦਿੱਲੀ ਦਰਬਾਰ ਕਦੋਂ ਲੱਗਿਆ ਸੀ? ਤਾਂ ਇਹ ਲੱਗਿਆ ਸੀ ਜੀ 1911 ਦੇ ਵਿੱਚ। ਔਰ ਕ੍ਰਿਪਸ ਮਿਸ਼ਨ ਦੀ ਗੱਲ ਕਰੀਏ ਤਾਂ ਇਹ ਕਦੋਂ ਹੋਣ ਦੇ ਵਿੱਚ ਆਉਂਦਾ? 1942 ਦੇ ਵਿੱਚ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਅੱਗੇ ਵਧਦੇ ਹਾਂ ਜੀ। ਅੱਗੇ ਹੈ ਜਲਿਆਂਵਾਲਾ ਬਾਗ ਜਿਹੜਾ ਸੀ ਕਾਂਡ ਵਿਰੋਧ ਵਿੱਚ ਗਾਂਧੀ ਜੀ ਨੇ ਕਿਹੜਾ ਅੰਦੋਲਨ ਚਲਾ ਲਿਆ ਸੀ? ਠੀਕ ਹੈ ਕਿ ਜਲਿਆਂਵਾਲਾ ਬਾਗ ਕਾਂਡ ਹੋਇਆ, ਲੋਕ ਜਿਹੜੇ ਨੇ ਮਾਰੇ ਗਏ, ਜਿਸ ਤੋਂ ਬਾਅਦ ਗਾਂਧੀ ਜੀ ਨੇ ਕਿਹੜਾ ਅੰਦੋਲਨ ਚਲਾਇਆ ਸੀ? ਇਹ ਤੇ ਆਪਸ਼ਨ ਹੈ NCM। NCM ਮਤਲਬ ਕੀ ਹੋ ਗਿਆ? ਨਾਨ ਕੋਆਪਰੇਟ ਜਿਹੜੀ ਆ ਮੂਵਮੈਂਟ। ਸੀ ਬੀ ਤੇ ਆਪਣੇ ਕੋਲੇ CDM ਚੰਪਾਰਨ ਅੰਦੋਲਨ ਆਪਾਂ ਕਹਿ ਸਕਦੇ ਆ, ਤੇ ਡੀ ਤੇ ਹੈ QIM ਕੁਇਟ ਇੰਡੀਆ ਮੂਵਮੈਂਟ, ਡੀ ਤੇ ਚੰਪਾਰਨ ਅੰਦੋਲਨ। ਦੇਖੋ ਜੀ ਜਿਹੜੀ ਰਾਈਟ ਆਪਸ਼ਨ ਹੋ ਜਾਏਗੀ ਤਾਂ ਉਹ ਹੋ ਜਾਏਗੀ ਆਪਣੇ ਕੋਲੇ ਏ, ਨਾਨ ਕਾਰਪੋਰੇਟ ਜਾਂ ਕਾਰਪੋਰੇਸ਼ਨ ਇੰਡੀਆ ਮੂਵਮੈਂਟ ਚੱਲਿਆ ਸੀ। ਇਹ ਨਾਲ ਇਹਨਾਂ ਦੇ ਰਲ ਗਏ ਸੀ, ਖਿਲਾਫਤ ਅੰਦੋਲਨ ਵੀ ਬਣ ਗਿਆ ਸੀ, ਅਸਹਿਯੋਗ ਤੇ ਖਿਲਾਫਤ। ਤਾਂ ਉਧਰ ਖਿਲਾਫਤ ਅੰਦੋਲਨ ਵੀ ਚੱਲ ਰਿਹਾ ਸੀ, ਇਹ ਚੱਲਿਆ ਸੀ। ਜੇਕਰ ਗੱਲ ਕਰਾਂ ਗਾਂਧੀ ਜੀ ਦਾ ਅੰਦੋਲਨ 1919 ਤੋਂ ਲੈ ਕੇ 1922 ਤੱਕ ਕੀ ਹੁੰਦਾ? ਚੋਰਾ ਚੋਰੀ ਦੀ ਘਟਨਾ ਹੋ ਜਾਂਦੀ, ਜਿਸ ਤੋਂ ਬਾਅਦ ਗਾਂਧੀ ਜੀ ਜਿਹੜਾ ਇਹ ਅੰਦੋਲਨ ਵਾਪਸ ਲੈ ਲੈਂਦੇ ਨੇ। ਜਿਹੜਾ ਖਿਲਾਫਤ ਅੰਦੋਲਨ ਚੱਲਿਆ ਸੀ ਨਾ, ਕੱਲਾ ਖਿਲਾਫਤ ਕਹੀਏ ਤਾਂ ਉਹ ਚੱਲਿਆ ਸੀ ਜੀ 1919 ਤੋਂ ਲੈ ਕੇ 1924 ਤੱਕ। ਠੀਕ ਹੈ, ਇਸ ਤਰੀਕੇ ਦੇ ਨਾਲ ਤੁਸੀਂ ਇਹ ਵੀ ਚੀਜ਼ ਜਿਹੜੀ ਹੈ ਯਾਦ ਰੱਖਣੀ ਹੈ। ਅੱਗੇ ਹੈ ਜੀ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦ ਹੋਣ ਵਾਲਾ ਕ੍ਰਾਂਤੀਕਾਰੀ ਕੌਣ ਸੀ? ਤਾਂ ਏ ਤੇ ਆਪਸ਼ਨ ਹੈ ਪ੍ਰਫੁੱਲਤ ਚਾਕੀ, ਬੀ ਤੇ ਹੈ ਖੁਦੀਰਾਮ ਬੋਸ, ਸੀ ਤੇ ਭਗਤ ਸਿੰਘ, ਡੀ ਤੇ ਹੈ ਮਹਾਤਮਾ ਗਾਂਧੀ। ਦੇਖੋ ਸਾਰੇ ਵਿਦਿਆਰਥੀਆਂ ਦਾ ਮਨ ਇਹੀ ਹੋਏਗਾ ਕਿ ਭਗਤ ਸਿੰਘ ਜਿਹੜੇ ਨੇ ਛੋਟੀ ਉਮਰ ਦੇ ਸਨ, ਤਾਂ ਇਸ ਕਰਕੇ ਕੀ ਹੈ ਸਭ ਤੋਂ ਛੋਟੇ ਸ਼ਹੀਦ ਸਨ, ਮਤਲਬ ਸ਼ਹੀਦੀ ਪਾਉਣ ਵਾਲੇ ਸਭ ਤੋਂ ਛੋਟੀ ਉਮਰ ਦੇ ਜਿਹੜੇ ਕ੍ਰਾਂਤੀਕਾਰੀ ਸਨ। ਪਰ ਵਿਦਿਆਰਥੀ ਸਾਥੀਓ ਇਹ ਆਪਸ਼ਨ ਰੋਂਗ ਹੋ ਜਾਏਗੀ। ਤਾਂ ਦੇਖੋ ਇਹਨਾਂ ਤੋਂ ਵੀ ਛੋਟੀ ਉਮਰ ਦੇ ਦੋ ਇਨਸਾਨ ਸੀਗੇ, ਪ੍ਰਫੁੱਲਤ ਚਾਕੀ ਤੇ ਬੀ ਤੇ ਆ ਖੁਦੀਰਾਮ ਬੋਸ। ਦੇਖੋ ਇਹ ਦੋਵੇਂ ਜਣੇ ਰਲ ਕੇ ਕੀ ਕਰਦੇ ਨੇ? ਇਹ ਨਾ ਰਲ ਕੇ ਬੰਬ ਸੱਟਦੇ ਨੇ ਕਿਸੇ ਅੰਗਰੇਜ਼ ਦੇ ਉੱਪਰ। ਠੀਕ ਹੈ, ਕਿਸੇ ਅੰਗਰੇਜ਼ ਜੱਜ ਦੇ ਉੱਪਰ ਸੱਟਦੇ ਨੇ। ਪਰ ਉੱਥੇ ਕੀ ਹੁੰਦਾ? ਉਹ ਜਿਹੜਾ ਜੱਜ ਸੀ ਉਸ ਕਾਰ ਦੇ ਵਿੱਚ ਨਹੀਂ ਸੀ, ਉਸ ਦੇ ਵਿੱਚ ਕੌਣ ਸੀਗਾ? ਉੱਥੇ ਇੱਕ ਕੈਨੇਡੀ ਨਾਮ ਦਾ ਵਿਅਕਤੀ ਸੀਗਾ। ਠੀਕ ਹੈ ਜੀ, ਇਹ ਕੀ ਸੀਗਾ? ਇਹ ਹੁਣ ਭਾਰਤ ਹਿਤੈਸ਼ੀ ਸੀਗਾ। ਭਾਰਤ ਹਿਤੈਸ਼ੀ ਹੋਣ ਦੇ ਕਰਕੇ ਦੋਵਾਂ ਜਣਿਆਂ ਨੂੰ ਇਹਨਾਂ ਨੂੰ ਬਹੁਤ ਫੀਲ ਹੁੰਦਾ ਕਿ ਅਸੀਂ ਤਾਂ ਆਪਦਾ ਬੰਦਾ ਹੀ ਮਾਰ ਬੈਠੇ। ਜਿਸ ਤੋਂ ਬਾਅਦ ਕੀ ਹੁੰਦਾ? ਜਿਹੜੇ ਪ੍ਰਫੁੱਲਤ ਚਾਕੀ ਨੇ ਇਹ ਕੀ ਨੇ? ਸੁਸਾਈਡ ਕਰ ਲੈਂਦੇ ਨੇ। ਠੀਕ ਹੈ ਜੀ, ਇਹ ਕੀ ਕਰਦੇ ਨੇ? ਸੁਸਾਈਡ ਕਰ ਲੈਂਦੇ ਨੇ, ਮਤਲਬ ਕਿ ਮੌਤ ਨੂੰ ਆਪਣੇ ਗਲੇ ਲਗਾ ਲੈਂਦੇ ਨੇ। ਔਰ ਬੀ ਤੇ ਆ ਖੁਦੀਰਾਮ ਬੋਸ, ਇਹਨਾਂ ਨੂੰ ਕੀ ਆ? ਗ੍ਰਿਫਤਾਰ ਕਰ ਲਿਆ ਜਾਂਦਾ। ਇਹਨਾਂ ਦੀ ਉਮਰ ਸੀਗੀ 18 ਸਾਲ। ਹੁਣ ਗ੍ਰਿਫਤਾਰ ਕਰਕੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ 1908 ਚ। ਤਾਂ ਇਸ ਕਰਕੇ ਖੁਦੀਰਾਮ ਬੋਸ ਜਿਹੜਾ ਇਸ ਕੁਐਸਚਨ ਦਾ ਜਿਹੜਾ ਆਨਸਰ ਬਿਲਕੁਲ ਠੀਕ ਹੋ ਜਾਏਗਾ। ਅੱਗੇ ਹੈ ਜੀ 22 ਨੰਬਰ ਪ੍ਰਸ਼ਨ ਹੈ, ਕਿਸ ਦੇ ਯਤਨਾਂ ਨਾਲ ਸਤੀ ਪ੍ਰਥਾ ਬੈਨ ਹੋਈ? ਏ ਤੇ ਬੈਂਟਿੰਗ, ਬੀ ਤੇ ਹੈ ਰਾਜਾ ਰਾਮ ਮੋਹਨ ਰਾਏ, ਸੀ ਤੇ ਹੈ ਲਾਰਡ ਮੈਕਾਲੇ, ਡੀ ਤੇ ਹੈ ਈਸ਼ਵਰ ਚੰਦਰ ਵਿਦਿਆਸਾਗਰ। ਤਾਂ ਦੇਖੋ ਯਤਨ ਪੁੱਛਿਆ ਤਾਂ ਉਹ ਸੀਗਾ ਬੀ, ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ। ਕਿਉਂ? ਕਿਉਂਕਿ ਇਹਨਾਂ ਦੀ ਜਿਹੜੀ ਸੀ ਭਾਬੀ ਨੂੰ ਸਤੀ ਕਰ ਦਿੱਤਾ ਜਾਂਦਾ, ਇਹਨਾਂ ਦੇ ਭਰਾ ਦੀ ਮੌਤ ਹੋ ਜਾਂਦੀ, ਜਿਸ ਦੇ ਵਿੱਚ ਚਿਤਾ ਦੇ ਵਿੱਚ ਇਹਨਾਂ ਦੀ ਭਾਬੀ ਨੂੰ ਜਲਾ ਦਿੱਤਾ ਜਾਂਦਾ, ਜਿਸ ਦਾ ਦੁੱਖ ਜਿਹੜਾ ਰਾਜਾ ਰਾਮ ਮੋਹਨ ਰਾਏ ਨੂੰ ਲੱਗਦਾ। ਤਾਂ ਉਹ ਇੱਕ ਨਾ ਇੱਕ ਦਿਨ ਠਾਣ ਲੈਂਦੇ ਨੇ ਕਿ ਅਸੀਂ ਸਤੀ ਪ੍ਰਥਾ ਨੂੰ ਬੰਦ ਕਰਵਾ ਕੇ ਹੀ ਰਹਾਂਗੇ। ਇਸ ਕਰਕੇ ਇਹਨਾਂ ਨੇ ਜਿਹੜੇ ਬਹੁਤ ਸਾਰੇ ਯਤਨ ਕੀਤੇ ਸੀ। ਔਰ ਜੇਕਰ ਮੈਂ ਗੱਲ ਕਰਾਂ ਬੈਂਟਿਕ ਦੀ, ਤਾਂ ਜੇਕਰ ਸਮਾਂ ਪੁੱਛ ਲੈਣ, ਟਾਈਮ ਪੀਰੀਅਡ ਪੁੱਛ ਲੈਣ, ਕਿਹੜੇ ਲਾਰਡ ਦੇ ਸਮੇਂ ਸਤੀ ਪ੍ਰਥਾ ਬੰਦ ਹੋਈ ਸੀ? 1829 ਚ ਹੋਈ ਹੈ, ਲਾਰਡ ਵਿਲੀਅਮ ਬੈਂਟਿਕ ਦੇ ਸਮੇਂ ਵਿੱਚ। ਤਾਂ ਇਸ ਸਮੇਂ ਹੀ ਜਿਹੜੀ ਆ ਭਾਰਤ ਵਿੱਚ ਅੰਗਰੇਜ਼ੀ ਜਿਹੜੀ ਆ ਲਾਗੂ ਕੀਤੀ ਜਾਂਦੀ ਹੈ, ਇਹ ਵੀ ਯਾਦ ਰੱਖ ਸਕਦੇ ਹੋ। ਅੱਗੇ ਵਧਦੇ ਹਾਂ ਜੀ, ਭਾਰਤੀ ਰਾਸ਼ਟਰਵਾਦ ਦਾ ਪੈਗੰਬਰ ਕਿਸ ਨੂੰ ਕਹਿੰਦੇ ਹਨ? ਭਾਰਤੀ ਰਾਸ਼ਟਰਵਾਦ ਦਾ ਪੈਗੰਬਰ ਪੁੱਛਿਆ ਤਾਂ ਏ ਤੇ ਆਪਣੇ ਕੋਲੇ MK ਗਾਂਧੀ, ਬੀ ਤੇ ਰਵਿੰਦਰਨਾਥ ਟੈਗੋਰ, ਸੀ ਤੇ ਰਾਜਾ ਰਾਮ ਮੋਹਨ ਰਾਏ ਤੇ ਡੀ ਤੇ ਦਇਆਨੰਦ ਸਰਸਵਤੀ।
ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਰਾਜਾ ਰਾਮ ਮੋਹਨ ਰਾਏ, ਜਿਨ੍ਹਾਂ ਨੂੰ ਕੀ ਆ ਭਾਰਤੀ ਰਾਸ਼ਟਰਵਾਦ ਦਾ ਪੈਗੰਬਰ ਕਿਹਾ ਜਾਂਦਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ 24 ਨੰਬਰ ਪ੍ਰਸ਼ਨ ਹੈ, ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦੀ ਉਪਾਧੀ ਕਿਹਨੇ ਦਿੱਤੀ ਸੀ? ਤਾਂ ਰਾਜਾ ਦੀ ਉਪਾਧੀ ਦੇਣ ਵਾਲੇ ਕੌਣ ਸਨ? ਤਾਂ ਉਹ ਸਨ ਅਕਬਰ ਦੂਜਾ। ਠੀਕ ਹੈ ਜੀ, ਅਕਬਰ ਸੈਕਿੰਡ ਸੀ। ਇਹਨੇ ਹੁਣ ਕਿਸ ਸਮੇਂ ਦਿੱਤੀ ਸੀ? 1830 ਚ। ਉਪਾਧੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਹ ਲੰਡਨ ਚਲੇ ਜਾਂਦੇ ਨੇ ਰਾਜਾ ਰਾਮ ਮੋਹਨ ਰਾਏ ਜੀ। 1833 ਚ ਇਹਨਾਂ ਦੀ ਪਾਰਕ ਚ ਮੌਤ ਹੋ ਜਾਂਦੀ, ਤਾਂ ਜਿੱਥੇ ਇਹਨਾਂ ਦਾ ਕੀ ਆ ਲੰਡਨ ਚ ਹੀ ਮਕਬਰਾ ਜਿਹੜਾ ਉਹ ਬਣਿਆ ਹੋਇਆ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਸਤਿਆਰਥ ਪ੍ਰਕਾਸ਼ ਕਿਸ ਨੇ ਲਿਖਿਆ ਸੀ? ਠੀਕ ਹੈ ਜੀ, ਏ ਤੇ ਆਪਸ਼ਨ ਹੈ ਰਾਜਾ ਰਾਮ ਮੋਹਨ ਰਾਏ, ਬੀ ਤੇ ਹੈ ਸਵਾਮੀ ਵਿਵੇਕਾਨੰਦ, ਸੀ ਤੇ ਹੈ ਬੀਜੀ ਤਿਲਕ, ਬਾਲ ਗੰਗਾਧਰ ਤਿਲਕ, ਡੀ ਤੇ ਆਪਣੇ ਕੋਲੇ ਸਵਾਮੀ ਦਇਆਨੰਦ ਸਰਸਵਤੀ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਸਵਾਮੀ ਦਇਆਨੰਦ ਸਰਸਵਤੀ, ਜਿਨ੍ਹਾਂ ਨੇ ਆਰੀਆ ਸਮਾਜ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ 1875 ਦੇ ਵਿੱਚ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ ਲਾਸਟ ਪ੍ਰਸ਼ਨ ਹੈ, ਗੁਲਾਮਗਿਰੀ ਕਿਸ ਦੀ ਰਚਨਾ ਹੈ? ਗੁਲਾਮਗਿਰੀ ਰਚਨਾ ਪੁੱਛੀ ਜੀ ਕਿਹਦੀ ਸੀਗੀ? ਏ ਤੇ ਆਪਸ਼ਨ ਆਪਣੇ ਕੋਲੇ ਮਹਾਤਮਾ ਗਾਂਧੀ, ਬੀ ਤੇ ਬੀ ਆਰ ਅੰਬੇਦਕਰ, ਸੀ ਤੇ ਮਹਾਤਮਾ ਜੋਤੀਬਾ ਫੁੱਲੇ। ਠੀਕ ਹੈ, ਇੱਥੇ ਜੋਤੀਬਾ ਫੁੱਲੇ ਆਣਾ ਸੀ, ਜੋਤੀਬਾ ਬਾਈ ਫੁੱਲੇ। ਡੀ ਤੇ ਹੈ ਟੀ ਐਨ ਨਾਇਰ। ਤਾਂ ਸੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ ਜੀ, ਜੋਤੀਬਾ ਫੁੱਲੇ ਸੀ ਗੁਲਾਮਗਿਰੀ ਦੇ ਜਿਹੜੇ ਨੇ ਰਚਨਹਾਰ ਮੰਨੇ ਜਾਂਦੇ ਨੇ। ਤਾਂ ਵਿਦਿਆਰਥੀ ਸਾਥੀਓ, ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ, ਕਿਉਂਕਿ ਅਸੀਂ ਵੱਖ-ਵੱਖ ਹੋਰ ਵੀ ਆਉਣ ਵਾਲੀਆਂ ਪੋਸਟਾਂ ਦੀ ਪੰਜਾਬ ਦੇ ਵਿੱਚ ਜੋ ਨਿਕਲਣ ਵਾਲੀਆਂ ਨੇ ਉਹਨਾਂ ਦੀ ਤਿਆਰੀ ਵੀ ਜਿਹੜੀ ਹੈ ਸ਼ੁਰੂ ਕਰਵਾਉਣ ਜਾ ਰਹੇ ਹਾਂ, ਤਾਂ ਕਿ ਤੁਹਾਨੂੰ ਅਲੱਗ-ਅਲੱਗ ਜਿਹੜੀਆਂ ਸਾਡੀਆਂ ਵੀਡੀਓਜ਼ ਮਿਲਦੀਆਂ ਰਹਿਣ। ਔਰ ਵਿਦਿਆਰਥੀ ਸਾਥੀਓ, ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡੀਆਂ ਜਿਹੜੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ, ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਵੀ ਸ਼ੇਅਰ ਕਰਨਾ। ਤੁਹਾਡੇ ਕੋਲੇ ਅਲੱਗ-ਅਲੱਗ ਜਿਹੜੇ ਐਸਐਸਟੀ ਜਾਂ ਹਿਸਟਰੀ ਦੇ ਗਰੁੱਪ ਬਣੇ ਹੋਣਗੇ, ਜੀਕੇ ਦੇ ਬਣੇ ਹੋਣਗੇ, ਤਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਤੁਹਾਡਾ ਵੀ ਜਿਹੜਾ ਗਿਆਨ ਵੰਡਣ ਦੇ ਨਾਲ ਹੀ ਕਹਿੰਦੇ ਨਾ ਵੱਧਦਾ, ਤਾਂ ਤੁਹਾਡਾ ਵੀ ਜਿਹੜਾ ਗਿਆਨ ਵੱਧ ਸਕੇ। ਸੋ ਸਟੂਡੈਂਟਸ, ਕੁੱਬਾ ਲਰਨੋਲੋਜੀ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।